ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਜਿਹੜੀ ਸਾਖੀ ਆਪਾਂ ਸਰਵਣ ਕਰਨ ਜਾ ਰਹੇ ਹਾਂ, ਮੈਨੂੰ ਪੂਰਾ ਯਕੀਨ ਹੈ ਕਿ ਇਹ ਸਾਖੀ ਸਿੱਖੀ ਦੇ ਕਈ ਗੁੱਝੇ ਭੇਦ ਸਾਨੂੰ ਸਮਝਾ ਜਾਏਗੀ। ਆਪਾਂ ਦੇਖਾਂਗੇ ਕਿ ਸਿੱਖੀ ਸਿਦਕ ਦਾ ਸਿਖਰ ਕੀ ਹੁੰਦਾ ਹੈ, ਗੁਰੂ ਦੇ ਦਰ ਤੇ ਮੰਗਤੇ ਕਿਵੇਂ ਬਣੀਦਾ ਹੈ, ਗੁਰੂ ਦੇ ਕਹੇ ਹੁਕਮ ਨੂੰ ਨਿਭਾਉਂਦੇ ਹੋਏ ਸੇਵਾ ਕਿਵੇਂ ਕਰੀਦੀ ਹੈ। ਇਹ ਸਾਖੀ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਸ਼੍ਰੀ ਗੁਰੂ ਕਲਗੀਧਰ ਚਮਤਕਾਰ ਵਿੱਚ ਪੜ੍ਹੀ ਜਾ ਸਕਦੀ ਹੈ। ਰਾਏਪੁਰ ਨਾਮ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਵਿੱਚ ਇੱਕ ਪਤੀ ਪਤਨੀ ਦਾ ਜੋੜਾ ਰਹਿੰਦਾ ਹੈ, ਜਿਨ੍ਹਾਂ ਦਾ ਨਾਮ ਹੈ ਸੋਇਨਾ ਤੇ ਮੋਇਨਾ। ਦੋਨੋਂ ਪਤੀ ਪਤਨੀ ਬਹੁਤ ਅਮੀਰ ਹਨ, ਬਹੁਤ ਜ਼ਿਆਦਾ ਅਮੀਰ ਹਨ। ਦੋਨਾਂ ਨੂੰ ਰਾਗ ਵਿਦਿਆ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ, ਕਵਿਤਾ ਪਾਠ ਬਹੁਤ ਅੱਛਾ ਕਰਦੇ ਹਨ ਤੇ ਫਲ ਬੂਟੇ ਉਗਾਉਣ ਦਾ ਵੀ ਬਹੁਤ ਅੱਛਾ ਤਜਰਬਾ ਹੈ। ਹੁਣ ਇਹ ਦੋਨੇ ਹੌਲੀ ਹੌਲੀ ਇਹਨਾਂ ਨੂੰ ਭਗਤੀ ਕਰਨ ਦਾ ਚਾਅ ਚੜਿਆ। ਭਗਤੀ ਕਰਨ ਲੱਗੇ, ਭਗਤੀ ਦੇ ਮਾਰਗ ਤੇ ਚੱਲਣ ਲੱਗੇ। ਤੇ ਇੱਕ ਦਿਨ ਕੀ ਹੋਇਆ ਕਿ ਇੱਕ ਉਦਾਸੀ ਫਕੀਰ ਆਇਆ ਤੇ ਉਹਨੇ ਇਹਨਾਂ ਨੂੰ ਠਾਕੁਰ ਜੀ ਦਾ ਲੜ ਲਾ ਦਿੱਤਾ। ਹੁਣ ਕੀ ਸੀ, ਹੁਣ ਤਾਂ ਉਹ ਹਰ ਰੋਜ਼ ਸਵੇਰੇ ਉੱਠਦੇ, ਅੰਮ੍ਰਿਤ ਵੇਲੇ ਉੱਠਦੇ, ਉੱਠ ਕੇ ਖੂਹ ਤੇ ਜਾਂਦੇ, ਇਸ਼ਨਾਨ ਕਰਦੇ, ਪਾਣੀ ਭਰਦੇ ਤੇ ਉਹ ਸੁੱਚਾ ਪਾਣੀ ਘਰ ਲੈ ਕੇ ਆਂਦੇ ਤੇ ਉਸ ਪਾਣੀ ਨਾਲ ਠਾਕੁਰ ਜੀ ਨੂੰ ਨਹਾਉਂਦੇ। ਆਪਣੇ ਹੱਥਾਂ ਨਾਲ ਆਪਣੇ ਬਾਗ ਵਿੱਚ ਉਗਾਏ ਫੁੱਲਾਂ ਨਾਲ ਠਾਕੁਰ ਜੀ ਨੂੰ ਸਜਾਉਂਦੇ, ਉਹਨਾਂ ਦੇ ਸਾਹਮਣੇ ਨ੍ਰਿਤ ਕਰਦੇ ਤੇ ਆਪਣੀ ਰਾਗ ਵਿਦਿਆ ਦੇ ਜੋਹਰ ਦਿਖਾਉਂਦੇ। ਹੁਣ ਏਦਾਂ ਕਰਦੇ ਕਰਦੇ ਉਹਨਾਂ ਦਾ ਸਮਾਂ ਨਿਕਲ ਰਿਹਾ ਸੀ। ਇੱਕ ਦਿਨ ਇਹੀ ਚੀਜ਼ ਉਹ ਕਰ ਰਹੇ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਖੂਹ ਤੋਂ ਪਾਣੀ ਲੈ ਕੇ ਆ ਰਹੇ ਸੀਗੇ ਤੇ ਰਸਤੇ 'ਚ ਕੀ ਹੋਇਆ ਕਿ ਇੱਕ ਫੱਟੜ ਹੋਇਆ ਸਿੱਖ ਆ ਕੇ ਉਹਨਾਂ ਦੇ ਸਾਹਮਣੇ ਡਿੱਗ ਪਿਆ। ਉਹਨੇ ਜ਼ੋਰ ਦੀ ਕਿਹਾ, ਪਾਣੀ ਪਾਣੀ। ਤੇ ਇਹ ਦੋਨੋਂ ਥੋੜਾ ਕੰਬ ਗਏ, ਹਨਾ। ਤੇ ਸੰਗਤ ਜੀ, ਆਪਾਂ ਇੱਥੇ ਮੈਂ ਰੁਕਾਂਗਾ। ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੇ ਕੀ ਕੀਤਾ ਹੋਏਗਾ? ਹਾਂਜੀ, ਉਹਨਾਂ ਨੇ ਉਹੀ ਕੀਤਾ ਜੋ ਕਈ ਧਰਮੀ ਲੋਕ ਸੋਚਦੇ ਨੇ ਕਿ ਠਾਕੁਰ ਜੀ ਨੂੰ ਖੁਸ਼ ਕਰਨਾ ਜ਼ਿਆਦਾ ਜ਼ਰੂਰੀ ਹੈ, ਉਹਦੀ ਕਾਇਨਾਤ ਚਾਹੇ ਜਿੰਨੀ ਮਰਜ਼ੀ ਦੁਖੀ ਰਹੇ, ਹਨਾ। ਉਹ ਲੋਕ ਜੋ ਇਹ ਨਹੀਂ ਸਮਝਦੇ ਕਿ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਹਨਾ। ਜੋ ਇਹ ਨਹੀਂ ਸਮਝਦੇ ਕਿ ਸਭ ਮੈਂ ਸੱਚਾ ਏਕੋ ਸੋਈ ਤਿਸਕਾ ਕੀਆ ਸਭ ਕੁਛ ਹੋਈ। ਉਹਨਾਂ ਨੇ ਵੀ ਉਹੀ ਕੀਤਾ ਤੇ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਇਹਨੂੰ ਪਾਣੀ ਪਿਲਾ ਦਿੱਤਾ ਤੇ ਪਾਣੀ ਝੂਠਾ ਹੋ ਜਾਏਗਾ ਤੇ ਠਾਕੁਰ ਜੀ ਨੂੰ ਝੂਠੇ ਪਾਣੀ ਨਾਲ ਕਿਵੇਂ ਨਹਾਵਾਂਗੇ। ਇਹ ਸੋਚਦੇ ਹੋਏ ਉਹ ਸੁਣਿਆ ਅਣਸੁਣਿਆ ਕਰਕੇ ਘਰ ਵੱਲ ਨੂੰ ਨਿਕਲਣ ਲੱਗੇ। ਇਹ ਦੇਖ ਕੇ ਗੁਰਸਿੱਖ ਨੇ ਦੁਬਾਰਾ ਬੋਲਿਆ, ਪਾਣੀ ਪਾਣੀ, ਬਟ ਉਹਨਾਂ ਦੇ ਕੰਨ ਤੇ ਜੂੰ ਨਾ ਰਹਿੰਗੀ, ਉਹ ਆਪਣਾ ਅੱਗੇ ਨਿਕਲਣ ਲੱਗੇ। ਹੁਣ ਇਹ ਦੇਖ ਕੇ ਉਹ ਗੁਰਸਿੱਖ ਨੇ ਬੋਲਿਆ, ਦਰਸ਼ਨ ਨਹੀਂ ਜੇ ਦੇਣ ਲੱਗਾ। ਗੁਰਸਿੱਖ ਨੇ ਕਿਹਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਹੁਣ ਇਹ ਸੁਣ ਕੇ ਉਹ ਦੋਨੋਂ ਰੁਕੇ ਤਾਂ ਸਹੀ, ਪਰ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਜਿਵੇਂ ਹੁਣ ਮਨ ਦਾ ਕੜਾ ਹੋ ਚੁੱਕਿਆ ਸੀ। ਉਹਨਾਂ ਨੂੰ ਇਹੀ ਲੱਗ ਰਿਹਾ ਸੀ ਕਿ ਅਸੀਂ ਤਾਂ ਠਾਕੁਰ ਜੀ ਨੂੰ ਜਾ ਕੇ ਨਹਾਉਣਾ ਤੇ ਇਹ ਪਾਣੀ ਝੂਠਾ ਹੋ ਜਾਣਾ, ਅਸੀਂ ਇਹਨੂੰ ਨਹੀਂ ਦੇ ਸਕਦੇ। ਬਸ ਇਹਨਾਂ ਸੋਚਾਂ ਕਾਰਨ ਉਹ ਆਪਣਾ ਘਰ ਨੂੰ ਨਿਕਲ ਗਏ। ਘਰ ਜਾ ਕੇ ਉਹਨਾਂ ਨੇ ਉਹ ਪਾਣੀ ਨਾਲ ਠਾਕੁਰ ਜੀ ਨੂੰ ਨਹਾਇਆ, ਰੋਜ਼ ਦੀ ਆਪਣੀ ਕਿਰਿਆ ਸੀ ਜਿਹੜੀ ਉਹ ਕੀਤੀ। ਬਟ ਅੱਜ ਉਹਨਾਂ ਨੂੰ ਮਜ਼ਾ ਨਹੀਂ ਆ ਰਿਹਾ ਸੀ, ਅੱਜ ਕੁਝ ਮਿਸਿੰਗ ਜਿਹਾ ਲੱਗ ਰਿਹਾ ਸੀ ਉਹਨਾਂ ਨੂੰ। ਤੇ ਇਹਨੇ ਵਿੱਚ ਉਹਨਾਂ ਨੂੰ ਬਾਰ-ਬਾਰ ਇੱਕ ਆਵਾਜ਼ ਗੂੰਜ ਰਹੀ ਸੀ ਜਿਹੜੀ ਕਹਿ ਰਹੀ ਸੀ, ਦਰਸ਼ਨ ਨਹੀਂ ਜੇ ਦੇਣ ਲੱਗਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਹੁਣ ਇਹ ਆਵਾਜ਼ ਬਾਰ-ਬਾਰ ਉਹਨਾਂ ਦੇ ਦਿਮਾਗ 'ਚ ਗੂੰਜ ਰਹੀ ਹੈ। ਫਟਾਫਟ ਉਹਨਾਂ ਨੇ ਜਦੋਂ ਆਪਣਾ ਪੂਰਾ ਉਹਨਾਂ ਦੇ ਦਿਨ ਦੀ ਕਿਰਿਆ ਖਤਮ ਹੋਈ ਤੇ ਉਹਨਾਂ ਨੇ ਸੋਚਿਆ ਹੁਣ ਜਾ ਕੇ ਆਪਾਂ ਉਸ ਸਿੱਖ ਨੂੰ ਦੇਖੀਏ, ਜੇ ਹੈਗਾ ਤਾਂ ਉਹਨੂੰ ਪਾਣੀ ਪਿਲਾਈਏ। ਤੇ ਉਹ ਨੱਠੇ ਉਸ ਜਗ੍ਹਾ ਤੇ ਜਾ ਕੇ ਪਹੁੰਚੇ ਤੇ ਉੱਥੇ ਉਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਸੰਗਤ ਉੱਥੇ ਇਕੱਠੀ ਹੋਈ ਹੈ ਤੇ ਉਹ ਸਿੱਖ ਜਿਹੜਾ ਚੜ੍ਹਾਈ ਕਰ ਗਿਆ ਸੀ। ਇਹਨਾਂ ਨੇ ਜਾ ਕੇ ਪੁੱਛਿਆ ਕਿ ਇਹ ਕੌਣ ਸੀ ਤੇ ਸੰਗਤ ਚੋਂ ਕਿਸੇ ਨੇ ਦੱਸਿਆ ਕਿ ਇਹ ਆਨੰਦਪੁਰ ਵਾਲੇ ਗੁਰੂ ਦਾ ਸਿੱਖ ਸੀ, ਬਹੁਤ ਹੀ ਬਹਾਦਰ ਸਿੱਖ ਸੀ। ਤੇ ਹੋਇਆ ਏਦਾਂ ਸੀਗਾ ਕਿ ਉੱਥੋਂ ਇੱਕ ਕਾਫਿਲਾ ਗੁਜ਼ਰ ਰਿਹਾ ਸੀਗਾ ਆਮ ਲੋਕਾਂ ਦਾ, ਤੇ ਕੁਝ ਚੋਰਾਂ ਨੇ ਉਸ ਕਾਫਲੇ ਤੇ ਹਮਲਾ ਕਰ ਦਿੱਤਾ ਸੀ। ਤੇ ਇਹ ਸਿੱਖ ਨੇ ਉਹ ਚੋਰਾਂ ਨਾਲ ਮੁਕਾਬਲਾ ਕਰਕੇ ਚੋਰਾਂ ਨੂੰ ਉਠਾਇਆ, ਕਾਫਿਲੇ ਨੂੰ ਬਚਾ ਲਿਆ। ਬਟ ਇਸ ਮੁਕਾਬਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਹੁਣ ਇਹ ਸ਼ਹੀਦ ਹੋ ਗਿਆ। ਹੁਣ ਇਹ ਸੁਣ ਕੇ ਸੋਇਨਾ ਤੇ ਮੋਇਨਾ ਕੰਬ ਗਏ, ਹਨਾ। ਉਹਨਾਂ ਨੂੰ ਲੱਗਿਆ ਕਿ ਇੰਨਾ ਪਰਉਪਕਾਰੀ ਇਨਸਾਨ ਤੇ ਇਸ ਨੂੰ ਅਸੀਂ ਪਾਣੀ ਨਾ ਦੇ ਸਕੇ। ਅਸੀਂ ਇਹੀ ਸੋਚਦੇ ਰਹੇ ਕਿ ਯਾਰ ਪਾਣੀ ਝੂਠਾ ਹੋ ਜਾਏਗਾ। ਇਹ ਸੋਚਦੇ ਹੋਏ ਘਰ ਗਏ। ਹੁਣ ਵੀ ਉਹ ਸਾਰੀ ਕਿਰਿਆ ਕਰਦੇ ਆ, ਹੁਣ ਵੀ ਸਵੇਰੇ ਜਾਂਦੇ ਆ, ਨਹਾਉਂਦੇ ਆ, ਹਨਾ, ਪਾਣੀ ਲੈ ਕੇ ਆਉਂਦੇ ਆ, ਨਹਾਉਂਦੇ ਆ, ਠਾਕੁਰ ਜੀ ਨੂੰ ਨਿਤਕਾਰੀਆਂ ਕਰਦੇ ਆ, ਰਾਗ ਵਿਦਿਆ ਆਪਣੀ ਦਿਖਾਉਂਦੇ ਆ, ਪਰ ਉਹਨਾਂ ਦਾ ਮਨ ਨਹੀਂ ਲੱਗਦਾ। ਬਾਰ-ਬਾਰ ਠਾਕੁਰ ਜੀ ਵਿੱਚੋਂ, ਕੰਧਾਂ ਵਿੱਚੋਂ, ਥੰਮਾਂ ਵਿੱਚੋਂ ਇੱਕੋ ਆਵਾਜ਼ ਗੂੰਜਦੀ ਹੈ, ਦਰਸ਼ਨ ਨਹੀਂ ਜੇ ਦੇਣ ਲੱਗਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਬਹੁਤ ਡਰ ਡਰ ਕੇ, ਸਹਿਮ ਸਹਿਮ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ।
ਤੇ ਹੌਲੀ ਹੌਲੀ ਉਹਨਾਂ ਨੇ ਗੁਰੂ ਸਾਹਿਬ ਦੇ ਚਰਚੇ ਤਾਂ ਸੁਣਨੇ ਸ਼ੁਰੂ ਕਰ ਦਿੱਤੇ ਸੀ। ਸੋ ਉਹਨਾਂ ਦੇ ਮਨ ਵਿੱਚ ਇਹ ਵੀ ਇੱਛਾ ਜਾਗੀ ਕਿ ਦਰਸ਼ਨ ਕਰੀਏ ਇਹ ਜੇ ਗੁਰੂ ਦੇ, ਜਿਹੜਾ ਸਿੱਖ ਇੰਨਾ ਪਰਉਪਕਾਰੀ ਸੀ। ਤੇ ਕੁਝ ਦਿਨ ਬੀਤੇ, ਗੁਰੂ ਸਾਹਿਬ ਰਾਏਪੁਰ ਆ ਕੇ ਠਹਿਰੇ। ਗੁਰੂ ਸਾਹਿਬ ਨੇ 3 ਦਿਨ ਰਾਏਪੁਰ ਨਿਵਾਸ ਕੀਤਾ, ਸੰਗਤਾਂ ਨੂੰ ਖੁੱਲੇ ਦਰਸ਼ਨ ਦਿੱਤੇ। ਤੇ ਸੋਇਨਾ ਤੇ ਮੋਇਨਾ ਦਾ ਵੀ ਮਨ ਸੀਗਾ, ਤੇ ਪਰ ਖੇਡ ਏਦਾਂ ਦੀ ਵਰਤੀ ਕਿ ਸੋਇਨਾ ਤੇ ਮੋਇਨਾ ਜਿੰਨੀ ਵਾਰ ਵੀ ਗੁਰੂ ਸਾਹਿਬ ਨੂੰ ਮਿਲਣ ਗਏ, ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਦਰਸ਼ਨ ਨਹੀਂ ਹੋ ਪਾਏ। ਤੇ ਇਹਨਾਂ ਦੋਨਾਂ ਨੇ ਇਹ ਸੋਚਿਆ ਵੀ ਯਾਰ ਏਦਾਂ ਕਰਦੇ ਆ ਕਿ ਜਦੋਂ ਗੁਰੂ ਸਾਹਿਬ ਜਾਣਗੇ ਨਾ ਜਿਸ ਦਿਨ, ਉਸ ਦਿਨ ਗੁਰੂ ਸਾਹਿਬ ਦੇ ਰਸਤੇ 'ਚ ਖੜੇ ਹੋ ਜਾਾਂਗੇ ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂਗੇ। ਹੁਣ ਇਹਨਾਂ ਨੇ ਏਦਾਂ ਹੀ ਕੀਤਾ। 3 ਦਿਨਾਂ ਬਾਅਦ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਸੀਗੇ ਤੇ ਇਹ ਰਸਤੇ 'ਚ ਖੜੇ ਹੋ ਗਏ ਵੀ ਇਸ ਰਸਤੇ ਤੇ ਗੁਰੂ ਸਾਹਿਬ ਨੇ ਜਾਣਾ ਹੈ ਤੇ ਦਰਸ਼ਨ ਕਰਦੇ ਆ। ਹੁਣ ਇਹਨਾਂ ਸੋਚਾਂ 'ਚ ਖੜੇ ਸੀਗੇ, ਸੰਗਤ ਆ ਰਹੀ ਸੀ ਪਰ ਗੁਰੂ ਸਾਹਿਬ ਦਿਖ ਨਹੀਂ ਰਹੇ ਸੀ। ਤੇ ਇਹਨਾਂ ਨੇ ਫਿਰ ਜਦੋਂ ਸੰਗਤ ਜਿਹੜੀ ਆ ਰਹੀ ਸੀ ਉਹਨਾਂ ਤੋਂ ਸੰਗਤ ਤੋਂ ਪੁੱਛਿਆ ਕਿ ਗੁਰੂ ਸਾਹਿਬ ਨੇ ਇਹ ਰਸਤੇ ਤੋਂ ਆਣਾ ਸੀ ਤੇ ਆਏ ਨਹੀਂ ਹਲੇ ਤੱਕ। ਤੇ ਸੰਗਤ ਨੇ ਦੱਸਿਆ ਕਿ ਗੁਰੂ ਸਾਹਿਬ ਆ ਤੇ ਇਸੇ ਰਸਤੇ ਤੋਂ ਰਹੇ ਸੀ, ਪਰ ਇੱਥੋਂ ਥੋੜੀ ਜਿਹੀ ਦੂਰ ਪਹਿਲਾਂ ਹੀ ਪਤਾ ਹੀ ਨਹੀਂ ਉਹਨਾਂ ਨੂੰ ਕੀ ਸੁਝਿਆ, ਕੀ ਖੇਡ ਉਹਨਾਂ ਨੇ ਵਰਤਾਣੀ ਸੀ, ਉਹਨਾਂ ਨੇ ਆਪਣਾ ਰਸਤਾ ਚੇਂਜ ਕਰ ਲਿਆ। ਜਿਹੜਾ ਨਵਾਂ ਰਸਤਾ ਹੈ ਉਹ ਲੰਬਾ ਵੀ ਹੈ, ਦੁਰਗਮ ਵੀ ਹੈ, ਬਟ ਪਤਾ ਨਹੀਂ ਗੁਰੂ ਸਾਹਿਬ ਜਾਣੀ ਜਾਣ ਨੇ ਕੀ ਉਹਨਾਂ ਦੇ ਮਨ 'ਚ ਕੀ ਸੀਗਾ, ਉਹਨਾਂ ਨੇ ਉਹੀ ਵਾਲਾ ਰਸਤਾ ਚੂਜ਼ ਕੀਤਾ। ਇਹ ਗੱਲ ਸੁਣ ਕੇ ਸੋਇਨਾ ਤੇ ਮੋਇਨਾ ਠਿਠੁਰ ਗਏ, ਕੰਬ ਗਏ ਕਿ ਭਾਈ ਇਹ ਗੁਰੂ ਜੋ ਵੀ ਹੋਵੇ, ਜਾਂ ਤਾਂ ਇਹ ਗੁਰੂ ਠਾਕੁਰ ਦਾ ਰੂਪ ਹੈ ਜਾਂ ਇਹ ਗੁਰੂ ਖੁਦ ਹੀ ਠਾਕੁਰ ਹੈ, ਕਿਉਂਕਿ ਦਰਸ਼ਨ ਨਹੀਂ ਜੇ ਦੇਣ ਲੱਗਾ, ਇਹ ਗੱਲ ਸਾਨੂੰ ਪਤਾ ਸੀ ਜਾਂ ਇਸ ਗੁਰੂ ਦੇ ਸਿੱਖ ਨੂੰ ਪਤਾ ਸੀ। ਹੁਣ ਤਾਂ ਇਹ ਆਵਾਜ਼ ਉਹਨਾਂ ਦੇ ਦਿਮਾਗ 'ਚ ਹੋਰ ਜ਼ਿਆਦਾ ਗੂੰਜਣ ਲੱਗੀ, ਦਰਸ਼ਨ ਨਹੀਂ ਜੇ ਦੇਣ ਲੱਗਾ। ਔਰ ਆਪਾਂ ਬੱਚੇ ਆ, ਜਦੋਂ ਕੋਈ ਚੀਜ਼ ਦੀ ਏਦਾਂ ਦੀ ਗੱਲ ਆਪਾਂ ਨੂੰ ਸਮਝ ਲੱਗਦੀ ਹੈ ਤੇ ਮਨ ਵਿੱਚ ਹੁੰਦਾ ਹੈ ਕਿ ਯਾਰ ਉਹ ਚੀਜ਼ ਕਰੀਏ, ਉਹ ਦਰਸ਼ਨ ਲਈਏ। ਤੇ ਉਹਨਾਂ ਦੇ ਮਨ ਵਿੱਚ ਹੀ ਤਾਂਘ ਉੱਠੀ ਕਿ ਦਰਸ਼ਨ ਤਾਂ ਆਪਾਂ ਹੁਣ ਲੈਣੇ ਨੇ, ਹਨਾ, ਬਟ ਅਹੰਕਾਰ ਨਾਲ ਉਹ ਦਰਸ਼ਨ ਨਹੀਂ ਮਿਲਣਗੇ। ਦਰਸ਼ਨ ਮਿਲਣਗੇ ਗਰੀਬੀ ਲੈ ਕੇ, ਦਰਸ਼ਨ ਮਿਲਣਗੇ ਆਪਣੀ ਹਉਮੈ ਖਤਮ ਕਰਕੇ। ਇਹਨਾਂ ਸੋਚਾਂ 'ਚ ਉਹਨਾਂ ਨੇ ਕਈ ਦਿਨ ਬਿਤਾਏ ਤੇ ਪਲਾਨ ਕੀਤਾ ਕਿ ਆਪਾਂ ਏਦਾਂ ਕਰਦੇ ਹਾਂ ਵੀ ਆਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਦੀ ਸੇਵਾ 'ਚ ਜੁੜਦੇ ਹਾਂ। ਦਰਸ਼ਨ ਜੇ ਨਹੀਂ ਵੀ ਮਿਲੇ ਤਾਂ ਸੇਵਾ ਕਰਾਂਗੇ ਉੱਥੇ, ਕਿਉਂਕਿ ਇੰਨਾ ਪਰਉਪਕਾਰੀ ਗੁਰੂ, ਇੰਨਾ ਮਹਾਨ ਗੁਰੂ, ਸਾਨੂੰ ਚਾਹੇ ਦਰਸ਼ਨ ਮਿਲਣ ਚਾਹੇ ਨਾ ਮਿਲਣ, ਆਪਾਂ ਉਸ ਗੁਰੂ ਦੀ ਸੇਵਾ 'ਚ ਚੱਲੇ। ਉਹਨਾਂ ਨੇ ਆਪਣਾ ਸਾਰਾ ਸਮਾਨ, ਘਰ-ਬਾਰ, ਜਿੰਨਾ ਵੀ ਗਹਿਣਾ ਲੱਤਾ ਸੀਗਾ, ਉਹ ਸਾਰਾ ਉਹਨਾਂ ਨੇ ਕੀ ਕੀਤਾ, ਦਾਨ ਵਿੱਚ ਦੇ ਦਿੱਤਾ। ਸਾਰਾ ਕੁਝ ਦਾਨ ਵਿੱਚ ਦੇ ਕੇ ਆਨੰਦਪੁਰ ਸਾਹਿਬ ਆ ਗਏ। ਹੁਣ ਆਨੰਦਪੁਰ ਸਾਹਿਬ ਜਿਹੜਾ ਗੁਰੂ ਸਾਹਿਬ ਜਿਹੜਾ ਬਾਗ ਸੀਗਾ, ਉਸ ਬਾਗ ਦੇ ਮੇਨ ਮਾਲੀ ਸੀਗੇ ਭਾਈ ਕੇਸਰਾ ਸਿੰਘ ਜੀ। ਇਹ ਭਾਈ ਕੇਸਰਾ ਸਿੰਘ ਜੀ ਨੂੰ ਮਿਲੇ ਤੇ ਉਹਨਾਂ ਨੂੰ ਕਿਹਾ ਕਿ ਕੇਸਰਾ ਸਿੰਘ ਜੀ, ਸਾਨੂੰ ਇੱਥੇ ਸੇਵਾ 'ਚ ਰੱਖ ਲਓ, ਅਸੀਂ ਜਾਣਦੇ ਹਾਂ, ਫੁੱਲ ਵਗੈਰਾ ਗਾਣਾ ਜਾਣਦੇ ਹਾਂ ਚੰਗੀ ਤਰ੍ਹਾਂ, ਤੇ ਸਾਨੂੰ ਇਹ ਸੇਵਾ ਦੇ ਦਿਓ। ਕੇਸਰਾ ਸਿੰਘ ਜੀ ਨੇ ਹਾਂ ਕਰ ਦਿੱਤੀ ਤੇ ਉਹਨਾਂ ਨੂੰ ਬਾਗ ਦੇ ਨੇੜੇ ਹੀ ਛੋਟੀ ਜਿਹੀ ਕੁਟੀਆ ਵੀ ਦੇ ਦਿੱਤੀ। ਹੁਣ ਇਹ ਮਾਹਿਰ ਤਾਂ ਸੀਗੇ ਫੁੱਲ ਉਗਾਉਣ ਵਿੱਚ, ਤੇ ਇਹਨਾਂ ਨੇ ਕੁਝ ਹੀ ਦਿਨਾਂ ਵਿੱਚ ਇੰਨਾ ਸੋਹਣਾ ਬਾਗ ਖਿਲਾਰ ਦਿੱਤਾ, ਇੰਨਾ ਵਧੀਆ ਬਾਗ ਖਿਲ ਗਿਆ ਕਿ ਜੋ ਵੀ ਆਂਦਾ ਸੀ ਹੈਰਾਨ ਹੋ ਜਾਂਦਾ ਸੀ। ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਗੁਜ਼ਰ ਰਹੇ ਸੀਗੇ ਤੇ ਗੁਰੂ ਸਾਹਿਬ ਨੇ ਦੇਖਿਆ ਕਿ ਬਾਗ ਬਹੁਤ ਸੋਹਣਾ ਖਿਲਿਆ ਹੋਇਆ। ਉਹਨਾਂ ਨੇ ਕੇਸਰਾ ਸਿੰਘ ਜੀ ਨੂੰ ਆ ਕੇ ਕਿਹਾ ਕਿ ਕੇਸਰਾ ਸਿੰਘ ਜੀ, ਕਮਾਲ ਦਾ ਬਾਗ ਉਗਾਇਆ ਤੁਸੀਂ, ਬਹੁਤ ਵਧੀਆ ਲੱਗ ਰਿਹਾ। ਤੇ ਕੇਸਰਾ ਸਿੰਘ ਜੀ ਨੇ ਕਿਹਾ, ਗੁਰੂ ਸਾਹਿਬ ਭੁੱਲਾਂ ਦੀ ਖਿਮਾ, ਇਹ ਬਾਗ ਮੈਂ ਨਹੀਂ ਉਗਾਇਆ, ਇਹ ਜਿਹੜੇ ਫੁੱਲ ਸੋਹਣੇ ਸੋਹਣੇ ਤੁਸੀਂ ਦੇਖ ਰਹੇ ਹੋ, ਇਹ ਇੱਕ ਨਵਾਂ ਜੋੜਾ ਆਇਆ, ਬੜੇ ਹੀ ਪਿਆਰ ਨਾਲ ਸੇਵਾ ਕਰਦਾ, ਹਮੇਸ਼ਾ ਤੁਹਾਡੇ ਪਿਆਰ ਵਿੱਚ, ਤੁਹਾਡੇ ਚਰਨਾਂ ਵਿੱਚ ਜੁੜ ਕੇ ਸੇਵਾ ਕਰਦਾ ਹੈ, ਤੇ ਉਹਨਾਂ ਦੀ ਸੇਵਾ ਦਾ ਹੀ ਫਲ ਹੈ ਕਿ ਇਹ ਇੰਨਾ ਸੋਹਣਾ ਬਾਗ ਅੱਜ ਖਿਲਿਆ ਹੋਇਆ। ਬਟ ਕਿਸੇ ਨਾ ਕਿਸੇ ਦੁੱਖ ਵਿੱਚ ਉਹ ਹਮੇਸ਼ਾ ਦੁਖੀ ਜਿਹਾ ਰਹਿੰਦਾ ਹੈ ਜੋੜਾ, ਤੇ ਤਾਂਘ ਲੱਗਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਤਾਂਘ ਹੈ ਤੁਹਾਡੇ ਦਰਸ਼ਨਾਂ ਦੀ। ਇਹ ਸਭ ਸੁਣ ਕੇ ਗੁਰੂ ਸਾਹਿਬ ਥੋੜਾ ਗੰਭੀਰ ਹੋ ਗਏ ਤੇ ਗੁਰੂ ਸਾਹਿਬ ਨੇ ਕਿਹਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਹੁਣ ਕੇਸਰਾ ਸਿੰਘ ਜੀ ਇਹ ਗੱਲ ਸੁਣ ਕੇ ਜਦੋਂ ਸੋਇਨਾ ਤੇ ਮੋਇਨਾ ਨੂੰ ਮਿਲੇ ਤੇ ਸੋਇਨਾ ਤੇ ਮੋਇਨਾ ਨੂੰ ਇਹ ਪੂਰੀ ਗੱਲ ਦੱਸੀ। ਹੁਣ ਸੰਗਤ ਜੀ, ਆਪਾਂ ਸੋਚੀਏ ਜੇ ਆਪਾਂ ਸੋਇਨਾ ਤੇ ਮੋਇਨਾ ਦੀ ਜਗ੍ਹਾ ਹੁੰਦੇ ਤਾਂ ਸਾਡਾ ਕੀ ਹਾਲ ਹੁੰਦਾ, ਹਨਾ। ਅਸੀਂ ਆਪਣੀ ਐਗਜ਼ਾਮਪਲ ਲਈਏ, ਅਸੀਂ ਨਿਤਨੇਮ ਕਰਦੇ ਹਾਂ, ਅਸੀਂ ਵੀ ਇਹੀ ਸੋਚਦੇ ਨਾ ਕਿ ਸੇਵਾ ਕਰ ਰਹੇ ਹਾਂ ਗੁਰੂ ਸਾਹਿਬ ਦੀ, ਸਾਡਾ ਮਨ ਨਹੀਂ ਚਾਹੇ ਲੱਗ ਰਿਹਾ ਵੀ ਗੁਰੂ ਸਾਹਿਬ ਦਰਸ਼ਨ ਦੇਣ, ਹਨਾ। ਤੇ ਇੱਥੇ ਉਹਨਾਂ ਨੇ ਹਰ ਇੱਕ ਚੀਜ਼ ਤਿਆਗ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ, ਗੁਰੂ ਸਾਹਿਬ ਦੀ ਸੇਵਾ 'ਚ ਜੁੜੇ ਹੋਏ ਨੇ ਤੇ ਇੰਨੀ ਮਿਹਨਤ ਕਰ ਰਹੇ ਨੇ, ਤੇ ਗੁਰੂ ਸਾਹਿਬ ਨੇ ਆ ਕੇ ਕੀ ਕਿਹਾ, ਦਰਸ਼ਨ ਨਹੀਂ ਜੇ ਦੇਣ ਲੱਗਾ। ਬਟ ਉਹ ਦੁਖੀ ਨਹੀਂ ਹੋਏ,
ਉਹ ਸਾਡੇ ਵਾਂਗ ਦੁਖੀ ਨਹੀਂ ਹੋਏ, ਉਹਨਾਂ ਨੇ ਸ਼ੁਕਰ ਮਨਾਇਆ। ਉਹਨਾਂ ਨੇ ਕਿਹਾ ਕੇਸਰਾ ਸਿੰਘ ਜੀ ਨੂੰ, ਕੇਸਰਾ ਸਿੰਘ ਜੀ ਇਹ ਤਾਂ ਗੁਰੂ ਸਾਹਿਬ ਦੀ ਉਦਾਰਤਾ ਹੈ, ਇਹ ਤਾਂ ਉਦਾਰਤਾ ਹੈ ਉਹਨਾਂ ਦੀ ਜੀ, ਜੋ ਸਾਡੇ ਤੋਂ ਸੇਵਾ ਵਾਪਿਸ ਨਹੀਂ ਲਿੱਤੀ। ਸ਼ੁਕਰ ਮਨਾਉਂਦੇ ਹਾਂ ਅਸੀਂ, ਦਰਸ਼ਨ ਦੇਣਾ ਨਾ ਦੇਣਾ ਇਹ ਗੁਰੂ ਸਾਹਿਬ ਦੇ ਹੱਥ ਹੈ, ਪਰ ਐਟਲੀਸਟ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਤਾਂ ਨਹੀਂ ਲਿੱਤੀ ਵਾਪਿਸ, ਅਸੀਂ ਇਸ ਵਿੱਚ ਹੀ ਖੁਸ਼ ਹਾਂ। ਹੁਣ ਇੰਨਾ ਸਿਦਕ ਉਹਨਾਂ ਦਾ ਕਿ ਹਾਂ ਅਸੀਂ ਗੁਰੂ ਸਾਹਿਬ ਨੂੰ ਖੁਸ਼ ਕਰਨਾ, ਬਸ ਦਰਸ਼ਨ ਠੀਕ ਹੈ ਗੁਰੂ ਸਾਹਿਬ ਦੀ ਮਰਜ਼ੀ ਜਦੋਂ ਦੇਣਗੇ, ਪਰ ਅਸੀਂ ਸੇਵਾ ਤਾਂ ਕਰਦੇ ਹੀ ਰਹਿਣਾ, ਤੇ ਬਹੁਤ ਸ਼ੁਕਰ ਚ ਜ਼ਿੰਦਗੀ ਬਤੀਤ ਹੋਣ ਲੱਗੀ। ਤੇ ਉਧਰ ਕੀ ਹੁੰਦਾ ਸੀਗਾ ਕਿ ਗੁਰੂ ਸਾਹਿਬ ਜਦੋਂ ਵੀ ਦੀਵਾਨ ਵਿੱਚ ਜਾਂਦੇ ਸੀਗੇ ਤੇ ਮਾਤਾ ਜੀਤੋ ਜੀ ਗੁਰੂ ਸਾਹਿਬ ਨੂੰ ਫੁੱਲ ਪੇਂਟ ਕਰਦੇ ਸੀ, ਫੁੱਲਾਂ ਦਾ ਸਿਹਰਾ, ਫੁੱਲਾਂ ਦਾ ਹਾਰ ਦਿੰਦੇ ਸੀਗੇ, ਤੇ ਉਹ ਫੁੱਲ ਇਸੀ ਬਾਗ ਚੋਂ ਆਉਂਦੇ ਸੀ। ਤੇ ਕੁਝ ਦਿਨ ਬੀਤੇ ਤੱਕ ਗੁਰੂ ਸਾਹਿਬ ਆਪਣਾ ਮਾਤਾ ਜੀਤੋ ਜੀ ਨੇ ਭਾਈ ਕੇਸਰਾ ਸਿੰਘ ਜੀ ਨੂੰ ਕਿਹਾ ਕਿ ਭਾਈ ਕੇਸਰਾ ਸਿੰਘ ਜੀ ਜਿਹੜੇ ਕੱਲ ਤੁਸੀਂ ਫੁੱਲ ਲੈ ਕੇ ਆਏ ਸੀ ਨਾ, ਉਹ ਬਹੁਤ ਹੀ ਜ਼ਿਆਦਾ ਵਧੀਆ ਸੀ। ਗੁਰੂ ਸਾਹਿਬ ਬਹੁਤ ਖੁਸ਼ ਹੋਏ ਸੀ ਇਹ ਫੁੱਲ ਦੇਖ ਕੇ। ਤੇ ਭਾਈ ਕੇਸਰਾ ਜੀ ਨੇ ਸਿੰਘ ਜੀ ਨੇ ਹੱਥ ਜੋੜ ਕੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਇੱਕ ਨਵਾਂ ਜੋੜਾ ਆਇਆ ਹੈ, ਬਹੁਤ ਮਿਹਨਤ ਕਰਦਾ ਹੈ, ਬਹੁਤ ਪਿਆਰ ਨਾਲ ਸੇਵਾ ਕਰਦਾ ਹੈ, ਪਰ ਗੁਰੂ ਸਾਹਿਬ ਦਾ ਹੁਕਮ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਦਰਸ਼ਨ ਨਹੀਂ ਦੇ ਸਕਦੇ। ਹੁਣ ਮਾਤਾ ਜੀ ਥੋੜੇ ਗੰਭੀਰ ਹੋਏ ਵੀ ਕਲਗੀਧਰ ਪਿਤਾ ਮੇਹਰਾਂ ਦੇ ਸਾਈਂ ਕੀ ਇਹੋ ਜਿਹਾ ਹੋਇਆ ਹੋਏਗਾ ਕਿ ਉਹ ਦਰਸ਼ਨ ਤੋਂ ਉਹਨਾਂ ਨੂੰ ਵਾਂਝੇ ਰੱਖ ਰਹੇ ਨੇ। ਤੇ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ, ਉਹਨਾਂ ਨੂੰ ਪੁੱਛਿਆ ਕਿ ਗੁਰੂ ਸਾਹਿਬ ਇੰਨੀ ਮਿਹਨਤ ਕਰ ਰਹੇ ਨੇ, ਇੰਨੇ ਪਿਆਰ ਨਾਲ ਫੁੱਲ ਉਗਾ ਰਹੇ ਨੇ, ਪਰ ਇਹਨਾਂ ਤੋਂ ਇਹੋ ਜਿਹਾ ਕੀ ਗੁਨਾਹ ਹੋਇਆ ਕਿ ਤੁਸੀਂ ਇਹਨਾਂ ਨੂੰ ਦਰਸ਼ਨਾਂ ਤੋਂ ਵਾਂਝੇ ਰੱਖਿਆ। ਗੁਰੂ ਸਾਹਿਬ ਨੇ ਪੂਰੀ ਗੱਲ ਮਾਤਾ ਜੀ ਨੂੰ ਸਮਝਾਈ, ਪੂਰੀ ਗੱਲ ਦੱਸੀ ਕਿ ਕੀ ਹੋਇਆ ਸੀ। ਤੇ ਗੁਰੂ ਸਾਹਿਬ ਦੇ ਸ਼ਬਦ ਸੀਗੇ ਕਿ ਮਾਤਾ ਜੀ ਸਿੱਖ ਦਾ, ਗੁਰੂ ਦਾ ਕਿਹਾ ਹੋਇਆ ਸਿੱਖ ਮੁੜਵਾ ਲੈਂਦੇ ਨੇ, ਪਰ ਸਿੱਖ ਦਾ ਕਿਹਾ ਹੋਇਆ ਗੁਰੂ ਵਾਪਿਸ ਨਹੀਂ ਮੋੜ ਸਕਦਾ। ਹੁਣ ਇਹ ਸੋਚੀਏ ਕਿ ਸਾਨੂੰ ਗੁਰੂ ਸਾਹਿਬ ਨੇ ਕਿੰਨੀ ਇੱਜ਼ਤ ਬਖਸ਼ੀ ਹੈ। ਇਹ ਉਹੀ ਗੁਰੂ ਹੈ ਜਿਹਨੇ ਅੰਮ੍ਰਿਤ ਛਕਾ ਕੇ ਆਪੇ ਗੁਰਚੇਲਾ ਵਾਲੀ ਮਰਿਆਦਾ ਸ਼ੁਰੂ ਕੀਤੀ। ਇਹ ਉਹੀ ਗੁਰੂ ਹੈ ਜਿਹੜਾ ਸਾਡੇ ਵਰਗੇ ਨੂੰ ਕਹਿੰਦਾ ਹੈ ਕਿ ਖਾਲਸਾ ਮੇਰਾ ਰੂਪ ਹੈ ਖਾਸ, ਹੈਨਾ। ਤੇ ਇਹ ਉਹੀ ਗੁਰੂ ਹੈ ਜੋ ਕਹਿ ਰਿਹਾ ਕਿ ਜਿਹੜਾ ਸਿੱਖ ਜੋ ਬੋਲ ਦੇਵੇ ਮੈਂ ਉਹਨੂੰ ਪਿੱਛੇ ਨਹੀਂ ਕਰ ਸਕਦਾ, ਹੈਨਾ, ਮੈਂ ਉਸ ਚੀਜ਼ ਨੂੰ ਮੋੜ ਨਹੀਂ ਸਕਦਾ, ਹੈਨਾ। ਗੁਰੂ ਸਾਹਿਬ ਨੇ ਇਹ ਗੱਲ ਕਹੀ। ਪਰ ਮਾਤਾ ਜੀ ਤੋਂ ਜੀ ਬਹੁਤ ਪਰਉਪਕਾਰੀ ਸੀ, ਪਰਉਪਕਾਰ ਬਹੁਤ ਕਰਦੇ ਸੀਗੇ। ਬ੍ਰਹਮ ਗਿਆਨੀ ਪਰਉਪਕਾਰ ਮਾਹ ਵਾਲੀ ਗੱਲ ਪੂਰੀ ਉਹਨਾਂ ਤੇ ਖਰੀ ਉਤਰਦੀ ਸੀ, ਇਸੇ ਲਈ ਸਾਰੀ ਸੰਗਤ ਉਹਨਾਂ ਨੂੰ ਮਾਤਾ ਜੀ ਕਰਕੇ ਕਹਿੰਦੇ ਸੀ। ਹੁਣ ਇਸ ਪਰਉਪਕਾਰੀ ਸੁਭਾਅ ਦੇ ਕਾਰਨ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਉਹਨਾਂ ਦੇ ਪਾਰ ਉਤਾਰੇ ਦਾ ਕੁਛ ਤਾਂ ਸਾਧਨ ਹੋਏਗਾ, ਕੀ ਕਰ ਸਕਦੇ ਨੇ ਉਹ ਲੋਕ। ਤੇ ਗੁਰੂ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਦਰਸ਼ਨ ਤਾਂ ਹੀ ਹੋ ਸਕਦੇ ਨੇ ਜਦੋਂ ਉਹਨਾਂ ਦਾ ਅਵਸਥਾ ਜਿਹੜੀ ਆ ਉੱਚੀ ਉੱਠੇ, ਜਦੋਂ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਵੇ ਤੇ ਉਹਨਾਂ ਚੋਂ ਹਉਮੈ ਜਿਹੜੀ ਹੈ, ਉਹ ਜਿਹੜੀ ਮੈਂ ਹੈ, ਉਹ ਪੂਰੀ ਨਿਕਲ ਜਾਏ, ਉਸ ਟਾਈਮ ਉਹਨਾਂ ਨੂੰ ਦਰਸ਼ਨ ਹੋ ਸਕਦੇ ਨੇ। ਤੇ ਮਾਤਾ ਜੀ ਨੇ ਕਿਹਾ, ਮੇਰਾ ਵਾਲੇ ਸਾਈਆਂ, ਤੇ ਜੇ ਉਹਨਾਂ ਦੀ ਯਾਤਰਾ ਵਿੱਚ ਮੈਂ ਉਹਨਾਂ ਦੀ ਹੈਲਪ ਕਰਾਂ, ਮੈਂ ਉਹਨਾਂ ਦੀ ਮਦਦ ਕਰਾਂ, ਤਾਂ ਤੁਹਾਨੂੰ ਕੀ ਇਹ ਮਨਜ਼ੂਰ ਹੈ? ਗੁਰੂ ਸਾਹਿਬ ਬੜੇ ਖੁਸ਼ ਹੋਏ। ਉਹਨਾਂ ਨੇ ਕਿਹਾ, ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ? ਤੁਸੀਂ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜੋ, ਇਸ ਤੋਂ ਵੱਧ ਵੱਡੀ ਖੁਸ਼ੀ ਕੀ ਹੋਏਗੀ ਇੱਕ ਗੁਰੂ ਨੂੰ ਆਪਣੇ ਸਿੱਖ ਲਈ। ਹੁਣ ਆਪਾਂ ਫੇਰ ਸੰਗਤ ਜੀ ਮੈਂ ਇੱਥੇ ਰੁਕਾਂਗਾ। ਹੁਣ ਦੇਖੀਏ ਗੁਰੂ ਸਾਹਿਬ ਆਪੇ ਦਾਤਾ ਆਪੇ ਭੁਗਤ ਵਾਲੀ ਗੱਲ ਕਰ ਰਹੇ ਨੇ, ਹਨਾ। ਗੁਰੂ ਸਾਹਿਬ ਨੇ ਆਪ ਹੀ ਫਸਾਇਆ, ਗੁਰੂ ਸਾਹਿਬ ਨੇ ਆਪ ਹੀ ਸਿੱਖ ਤੋਂ ਕੁਹਾਇਆ, ਆਪ ਹੀ ਉਸ ਤੋਂ ਬਾਅਦ ਰਸਤਾ ਦੇ ਰਹੇ ਨੇ, ਤੇ ਆਪ ਹੀ ਮਦਦ ਵੀ ਕਰ ਰਹੇ ਨੇ। ਗੁਰੂ ਸਾਹਿਬ ਮਾਤਾ ਜੀ ਦੇ ਥਰੂ ਆਪ ਹੀ ਮਦਦ ਭੇਜ ਰਹੇ ਨੇ ਕਿ ਕਿਸ ਤਰ੍ਹਾਂ ਗੁਰੂ ਦੇ ਦਰਸ਼ਨ ਹੋਣਗੇ, ਹਨਾ। ਇਸ ਤਰ੍ਹਾਂ ਦੇ ਗੁਰੂ ਸਾਹਿਬ ਨੇ ਆਪਣੇ, ਹਨਾ। ਤੇ ਉਧਰ ਫਿਰ ਮਾਤਾ ਜੀ ਨੇ ਕੀ ਕੀਤਾ, ਮਾਤਾ ਜੀ ਹੁਣ ਸੋਇਨਾ ਤੇ ਮੋਇਨਾ ਦੇ ਨਾਲ ਰੋਜ਼ ਮਿਲਣ ਲੱਗੇ। ਸੋਨਾ ਤੇ ਮੋਇਨਾ ਨੂੰ ਉਹਨਾਂ ਨੇ ਗੁਰੂ ਦੇ ਨਾਲ ਲੜਕਾਣਾ ਸ਼ੁਰੂ ਕੀਤਾ, ਸਿਮਰਨ ਵਿੱਚ ਜੋੜਿਆ, ਕੀਰਤਨ ਆਲਰੇਡੀ ਰਾਗ ਵਿਦਿਆ ਦੇ ਮਾਹਿਰ ਸੀ ਦੋਨੋਂ ਜਣੇ, ਉਹਨਾਂ ਨੂੰ ਕੀਰਤਨ ਦੀ ਦਾਤ ਬਖਸ਼ੀ। ਹੁਣ ਉਹ ਬਹੁਤ ਕੀਰਤਨ ਕਰਦੇ ਸੀ। ਮਾਤਾ ਜੀ ਉਹਨਾਂ ਕੋਲ ਘੜੀ ਮੁੜੀ ਚਲੇ ਜਾਂਦੇ ਸੀ, ਕੀਰਤਨ ਸੁਣਦੇ ਸੀਗੇ, ਰਹਿਰਾਸ ਸਾਹਿਬ, ਅੰਮ੍ਰਿਤ ਵੇਲੇ ਨਿਤਨੇਮ, ਹਰ ਇੱਕ ਬਾਣੀ ਉਹਨਾਂ ਨੂੰ ਸਮਝਾਈ ਗਈ ਤੇ ਉਹਨਾਂ ਨੂੰ ਬਹੁਤ ਚੰਗੇ ਗੁਰਸਿੱਖ ਮਾਤਾ ਜੀ ਨੇ ਬਣਾ ਦਿੱਤਾ। ਹੁਣ ਤਾਂ ਉਹਨਾਂ ਦੀ ਪੂਰੀ ਉਹੀ ਸੁਰਤ ਹੋ ਗਈ ਸੀ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਹਮੇਸ਼ਾ ਸਿਮਰਨ ਚ ਜੁੜੇ ਰਹਿੰਦੇ, ਕੀਰਤਨ ਕਰਦੇ ਰਹਿੰਦੇ। ਹੁਣ ਏਦਾਂ ਹੀ ਉਹਨਾਂ ਦਾ ਜੀਵਨ ਬਤੀਤ ਹੋ ਰਿਹਾ ਸੀ। ਇੱਕ ਦਿਨ ਕੀ ਹੋਇਆ ਕਿ ਮੋਇਨਾ ਜੀ ਘਰੇ ਇਕੱਲੇ ਸੀਗੇ ਤੇ ਇੱਕ ਫਕੀਰ ਉੱਥੋਂ ਗੁਜ਼ਰਿਆ ਬਾਗ ਤੋਂ, ਜਿਹਦਾ ਨਾਮ ਸੀ ਰੋਡਾ ਜਲਾਲੀ। ਉਹ ਫਕੀਰ ਬਾਗ ਚ ਆਇਆ, ਬਾਗ ਦੇ ਸੋਹਣੇ ਸੋਹਣੇ ਫੁੱਲ ਦੇਖ ਕੇ ਉਹਨੇ ਨੱਚਣਾ ਸ਼ੁਰੂ ਕੀਤਾ, ਤਾਂਡਵ ਜਿਹਾ ਕੀਤਾ, ਆਪਣਾ ਪੂਰਾ ਡਾਂਸ ਵਾਂਸ ਕਰਕੇ ਪੂਰਾ ਨਾ ਜ਼ੋਰ ਜਲਾਲ ਜਿਹਾ ਦਿਖਾਇਆ। ਤੇ ਜਦੋਂ ਰੁਕਿਆ ਤੇ ਮੋਇਨਾ ਜੀ ਨੇ ਪੁੱਛਿਆ ਕਿ ਹਾਂਜੀ ਫਕੀਰ ਜੀ, ਤੁਹਾਡੀ ਅਸੀਂ ਕੀ ਸੇਵਾ ਕਰ ਸਕਦੇ? ਫਕੀਰ ਨੇ ਕਿਹਾ ਕਿ ਬਾਗ ਬਹੁਤ ਸੋਹਣਾ, ਫੁੱਲ ਬਹੁਤ ਸੋਹਣੇ ਖਿੜੇ ਹੋਏ ਨੇ, ਇਹ ਸਾਰੇ ਫੁੱਲ ਮੈਨੂੰ ਦੇ ਦਿਓ। ਇਹ ਸੁਣ ਕੇ ਮੋਇਨਾ ਜੀ ਸੁੰਨ ਹੋ ਗਏ
ਤੇ ਉੱਥੇ ਹੀ ਬੈਠ ਗਏ। ਉਹਨਾਂ ਨੂੰ ਕੋਈ ਆਲੇ ਦੁਆਲੇ ਦੀ ਸੁੱਧ ਨਾ ਰਹੀ ਤੇ ਰੋਡਾ ਜਲਾਲੀ ਆਪਣਾ ਨੱਚਦਾ ਗਾਉਂਦਾ ਹੋਇਆ ਉੱਥੋਂ ਚਲਾ ਗਿਆ। ਸ਼ਾਮੀ ਸੋਇਨਾ ਜੀ ਘਰੇ ਆਏ, ਉਹਨਾਂ ਨੇ ਮੋਇਨਾ ਜੀ ਨੂੰ ਉਠਾਇਆ ਤੇ ਪੁੱਛਿਆ ਕੀ ਹੋਇਆ। ਤੇ ਮੋਇਨਾ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਇੱਕ ਫਕੀਰ ਆਇਆ ਸੀ ਤੇ ਉਹ ਬਾਗ ਦੇ ਫੁੱਲ ਮੰਗ ਰਿਹਾ। ਹੁਣ ਹੋਇਆ ਏਦਾਂ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆਉਣ ਵਾਲਾ ਸੀ ਤੇ ਮਾਤਾ ਜੀਤੋ ਜੀ ਨੇ ਇਹਨਾਂ ਨੂੰ ਕਿਹਾ ਸੀ ਕਿ ਗੁਰੂ ਸਾਹਿਬ ਲਈ ਆਪਾਂ ਬਹੁਤ ਹੀ ਸਪੈਸ਼ਲ ਫੁੱਲ ਬਣਾਵਾਂਗੇ। ਸੋ ਇਹਨਾਂ ਦੋਨਾਂ ਨੇ ਬਹੁਤ ਮਿਹਨਤ ਕਰਕੇ ਬੇਮੌਸਮ ਦੇ ਫੁੱਲ ਜਿਹੜੇ ਸੀਗੇ ਉਹ ਉਗਾਏ ਹੋਏ ਸੀਗੇ, ਜੋ ਕਿ ਇਹ ਚਾਹੁੰਦੇ ਸੀ ਕਿ ਗੁਰੂ ਸਾਹਿਬ ਨੂੰ ਭੇਂਟ ਕਰੀਏ। ਤੇ ਇਹ ਫੁੱਲ ਹੁਣ ਰੋਡਾ ਜਲਾਲੀ ਕਹਿ ਰਿਹਾ ਸੀ ਕਿ ਮੈਨੂੰ ਦੇ ਦਿਓ। ਹੁਣ ਇਹ ਦੋਨੋਂ ਜਣੇ ਬਹੁਤ ਜ਼ਿਆਦਾ ਦੁਖੀ ਤੇ ਸੋਚ ਵਿੱਚ ਪਏ ਹੋਏ ਨੇ ਵੀ ਇੱਕ ਸਿੱਖ ਦੀ ਪਹਿਲਾਂ ਅਸੀਂ ਗੱਲ ਨਹੀਂ ਮੰਨੀ ਸੀ, ਉਸ ਕਾਰਨ ਸਾਨੂੰ ਦਰਸ਼ਨ ਨਸੀਬ ਨਹੀਂ ਹੋ ਰਹੇ, ਤੇ ਹੁਣ ਜੇ ਇਸ ਫਕੀਰ ਦੀ ਗੱਲ ਨਾ ਮੰਨੀ ਤੇ ਪਤਾ ਨਹੀਂ ਕਿੱਡਾ ਵੱਡਾ ਕਹਿਰ ਸਾਡੇ ਤੇ ਟੁੱਟ ਪਏਗਾ। ਹੁਣ ਇਹਨਾਂ ਸੋਚਾਂ ਵਿੱਚ ਦੋਨੋਂ ਜਣੇ ਪਏ ਹੋਏ ਨੇ ਤੇ ਸਾਰੀ ਰਾਤ ਏਦਾਂ ਹੀ ਜਾਗਦੇ ਹੋਏ ਉਹਨਾਂ ਦੀ ਨਿਕਲ ਗਈ। ਹੁਣ ਜਦੋਂ ਸਵੇਰੇ ਜਾਗੇ ਤੇ ਆਪਣਾ ਰੋਡਾ ਜਲਾਲੀ ਫੇਰ ਆ ਗਿਆ। ਫੇਰ ਉਸੇ ਤਰ੍ਹਾਂ ਉਹਨੇ ਪੂਰੇ ਤਾਂਡਵ, ਪੂਰਾ ਡਾਂਸ ਵਾਂਸ ਕਰਕੇ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਦੋਨਾਂ ਨੇ ਹੱਥ ਜੋੜੇ ਫਕੀਰ ਦੇ ਅੱਗੇ। ਤੇ ਰੋਡਾ ਜਲਾਲੀ ਕਹਿੰਦਾ ਕਿ ਮੈਨੂੰ ਤਾਂ ਫੁੱਲ ਚਾਹੀਦੇ ਆ। ਉਹ ਦੋਨਾਂ ਨੇ ਹੱਥ ਜੋੜ ਕੇ ਕਿਹਾ ਕਿ ਫਕੀਰ ਸਾਹਿਬ, ਅਸੀਂ ਬਹੁਤ ਗਰੀਬ ਇਨਸਾਨ ਆ, ਤੁਹਾਨੂੰ ਸਾਡੇ ਕੋਲ ਜੋ ਵੀ ਹੈ ਸਾਡਾ ਲੈ ਲਓ, ਬਟ ਇਹ ਫੁੱਲ ਅਸੀਂ ਨਹੀਂ ਦੇ ਸਕਦੇ ਕਿਉਂਕਿ ਅਸੀਂ ਮਾਲੀ ਆ, ਅਸੀਂ ਸੇਵਕ ਆ। ਇਹ ਫੁੱਲ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨੇ, ਉਹ ਇਸ ਦੇ ਮਾਲਿਕ ਨੇ। ਅਸੀਂ ਤਾਂ ਇੱਕ ਮਾਮੂਲੀ ਜਿਹੇ ਮਾਲੀ ਆ, ਅਸੀਂ ਥੋੜਾ ਤੁਹਾਨੂੰ ਦੇ ਸਕਦੇ ਹਾਂ। ਪਰ ਰੋਡਾ ਜਲਾਲੀ ਕਹਿੰਦਾ ਮੈਨੂੰ ਤਾਂ ਫੁੱਲ ਚਾਹੀਦੇ ਆ ਤੇ ਤੁਹਾਡੇ ਤੋਂ ਹੀ ਚਾਹੀਦੇ। ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਅਸੀਂ ਨਹੀਂ ਦੇ ਪਾਵਾਂਗੇ। ਰੋਡਾ ਜਲਾਲੀ ਬੜੇ ਗੁੱਸੇ 'ਚ ਆਇਆ, ਬੜੇ ਗੁੱਸੇ 'ਚ ਆ ਕੇ ਉਹਨੇ ਸ਼ਰਾਪ ਦਿੱਤਾ ਕਿ ਤੁਹਾਡੀ ਜੜ ਨਾ ਰਹੇ। ਮਤਲਬ ਉਹਦਾ ਮਤਲਬ ਸੀਗਾ ਵੀ ਤੁਸੀਂ ਆਪ ਵੀ ਉਜੜ ਜਾਓ ਤੇ ਤੁਹਾਡਾ ਅੱਗੇ ਵੰਸ਼ ਵੀ ਨਾ ਚੱਲੇ। ਇਹ ਕਹਿ ਕੇ ਰੋਡਾ ਜਲਾਲੀ ਚਲਾ ਗਿਆ। ਹੁਣ ਸੋਇਨਾ ਤੇ ਮੋਇਨਾ ਨੇ ਸ਼ੁਕਰ ਮਨਾਇਆ। ਉਹਨਾਂ ਦੇ ਮਨ 'ਚ ਆਇਆ ਵੀ ਯਾਰ ਇਹ ਕਹਿ ਕੇ ਗਿਆ ਕਿ ਤੁਸੀਂ ਉਜੜ ਜਾਓ, ਅਸੀਂ ਕਿਹੜਾ ਇਸ ਦੁਨੀਆ 'ਚ ਵਸਣਾ ਚਾਹੁੰਦੇ ਹਾਂ, ਹਨਾ। ਅਸੀਂ ਤਾਂ ਚਾਹੁੰਦੇ ਹਾਂ ਬਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਜਾਣ। ਚਲੋ ਸ਼ੁਕਰ ਹੈ ਇਹਨੇ ਦਰਸ਼ਨਾਂ ਦੇ ਖਿਲਾਫ ਤਾਂ ਕੁਝ ਨਹੀਂ ਬੋਲਿਆ ਨਾ, ਇਹਨੇ ਬਸ ਇਹੀ ਕਿਹਾ ਉਜੜ ਜਾਓ। ਠੀਕ ਹੈ, ਉਜੜ ਜਾਵਾਂਗੇ, ਸਾਨੂੰ ਕਿਹੜਾ ਆਪਣਾ ਵੰਸ਼ ਅੱਗੇ ਚਾਹੀਦਾ। ਹੁਣ ਇਹਨਾਂ ਸ਼ੁਕਰਾਂ ਵਿੱਚ ਹੀ ਉਹ ਆਪਣਾ ਸਿਮਰਨ ਵਿੱਚ ਜੁੜ ਗਏ। ਸਿਮਰਨ ਤੋਂ ਉਸ ਤੋਂ ਬਾਅਦ ਉਹਨਾਂ ਨੇ ਕੀਰਤਨ ਕੀਤਾ ਤੇ ਏਦਾਂ ਹੀ ਪੂਰੀ ਰਾਤ ਉਹਨਾਂ ਦੀ ਨਿਕਲ ਗਈ ਤੇ ਸਵੇਰੇ ਉਹਨਾਂ ਨੂੰ ਥੋੜੀ ਜਿਹੀ ਜਿਹੜੀ ਨੀਂਦ ਸੀ ਉਹ ਨੀਂਦ ਆਈ। ਤੇ ਜਦੋਂ ਨੀਂਦ ਚੋਂ ਉੱਠੇ ਤੇ ਉਹਨਾਂ ਨੇ ਆਪਣਾ ਘਰ ਦਾ ਦਰਵਾਜ਼ਾ ਖੋਲਿਆ ਤੇ ਕੀ ਦੇਖਦੇ ਨੇ ਕਿ ਬਾਗ ਪੂਰਾ ਉਜੜਿਆ ਹੋਇਆ ਸੀ। ਸਾਰੇ ਫੁੱਲ ਜਿਹੜੇ ਉਹਨਾਂ ਨੇ ਇੰਨੀ ਮਿਹਨਤ ਨਾਲ ਖਿੜਾਏ ਸੀਗੇ ਉਹ ਸਾਰੇ ਫੁੱਲ ਕੋਈ ਤੋੜ ਕੇ ਲੈ ਗਿਆ ਸੀ। ਬਹੁਤ ਦੁਖੀ ਹੋਏ ਤੇ ਉੱਥੇ ਹੀ ਆਪਣੀ ਜਿੱਥੇ ਬੈਠੇ ਸੀਗੇ, ਜਿੱਥੋਂ ਆਪਣਾ ਬਾਗ ਨੂੰ ਦੇਖ ਰਹੇ ਸੀ, ਉੱਥੇ ਹੀ ਬੇਹੋਸ਼ ਹੋ ਗਏ। ਉਧਰ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ, ਰੋਡਾ ਜਲਾਲੀ ਉੱਥੇ ਪਹੁੰਚਿਆ ਹੋਇਆ ਸੀ। ਤੇ ਜਦੋਂ ਰੋਡਾ ਜਲਾਲੀ ਗੁਰੂ ਸਾਹਿਬ ਨੂੰ ਮਿਲਣ ਲਈ ਅੱਗੇ ਵਧਿਆ ਤੇ ਉਹਨੇ ਗੁਰੂ ਸਾਹਿਬ ਨੂੰ ਬਹੁਤ ਸੋਹਣੇ ਫੁੱਲ ਭੇਂਟ ਕੀਤੇ। ਗੁਰੂ ਸਾਹਿਬ ਨੇ ਫੁੱਲ ਦੇਖੇ ਤੇ ਰੋਡਾ ਜਲਾਲੀ ਨੂੰ ਪੁੱਛਿਆ ਕਿ ਫੁੱਲ ਕਿੱਥੋਂ ਲੈ ਕੇ ਆਇਆ ਫੁੱਲ। ਤੇ ਰੋਡਾ ਜਲਾਲੀ ਚੁੱਪ ਰਿਹਾ, ਕੁਝ ਬੋਲਿਆ ਨਹੀਂ। ਤੇ ਗੁਰੂ ਸਾਹਿਬ ਤੇ ਸਭ ਕੁਝ ਜਾਣਦੇ ਸੀਗੇ ਨਾ, ਤੇ ਪ੍ਰਭ ਮੇਰਾ ਅੰਤਰਜਾਮੀ ਜਾਨ, ਤੇ ਗੁਰੂ ਸਾਹਿਬ ਤਾਂ ਸਭ ਕੁਝ ਜਾਣਦੇ ਸੀਗੇ। ਉਹਨਾਂ ਨੇ ਫਿਰ ਪੁੱਛਿਆ ਉਹਨੂੰ ਵੀ ਰੋਡਾ ਜਲਾਲੀ ਕਿਸ ਤਰ੍ਹਾਂ, ਕਿੱਥੋਂ ਲੈ ਕੇ ਆਇਆ ਫੁੱਲ। ਤੇ ਰੋਡਾ ਜਲਾਲੀ ਨੇ ਕੁਝ ਨਹੀਂ ਬੋਲਿਆ। ਗੁਰੂ ਸਾਹਿਬ ਨੇ ਫੁੱਲਾਂ ਨੂੰ ਦੇਖ ਕੇ ਕਿਹਾ ਕਿ ਰੋਡਿਆ, ਇਹ ਫੁੱਲ ਸੋਹਣੇ ਤਾਂ ਬਹੁਤ ਨੇ ਪਰ ਗਮਗੀਨ ਲੱਗ ਰਹੇ ਆ। ਰੋਡਾ ਜਲਾਲੀ ਚੁੱਪ ਰਿਹਾ। ਗੁਰੂ ਸਾਹਿਬ ਨੇ ਕਿਹਾ ਇਹਨਾਂ ਫੁੱਲਾਂ ਤੇ ਕੁਝ ਦੁੱਖ ਨਜ਼ਰ ਆ ਰਿਹਾ ਮੈਨੂੰ। ਰੋਡਾ ਜਲਾਲੀ ਫਿਰ ਚੁੱਪ ਰਿਹਾ। ਹੁਣ ਗੁਰੂ ਸਾਹਿਬ ਨੇ ਅੱਖਾਂ ਮੀਚੀਆਂ। ਗੁਰੂ ਸਾਹਿਬ ਦਾ ਮੱਥਾ ਹਮੇਸ਼ਾ ਜੋ ਖਿੜਿਆ ਰਹਿੰਦਾ ਸੀ, ਉਸ ਮੱਥੇ ਤੇ ਇੱਕ ਛੋਟੀ ਜਿਹੀ ਤਿਉੜੀ ਆਈ। ਅੱਖਾਂ ਖੁੱਲੀਆਂ, ਅੱਖਾਂ 'ਚ ਦੋ ਅਥਰੂ ਗੁਰੂ ਸਾਹਿਬ ਦੇ ਗਿਰੇ। ਗੁਰੂ ਸਾਹਿਬ ਨੇ ਕਿਹਾ ਰੋਡਿਆ, ਫੁੱਲ ਨਹੀਂ ਤੋੜੇ, ਦੋ ਦਿਲ ਤੋੜ ਦਿੱਤੇ ਨੇ। ਹੁਣ ਇਹ ਕਹਿ ਕੇ ਹਨਾ, ਇਹ ਮੇਰਾ ਵਾਲਾ ਸਾਈਂ, ਇਹ ਗੁਰੂ ਸਾਹਿਬ ਹਨਾ, ਜਿਹੜੇ ਆਪਣੇ ਸਿੱਖਾਂ ਦੇ ਦੁੱਖ ਨਹੀਂ ਦੇਖ ਪਾਏ ਹਨਾ, ਉਸੇ ਟਾਈਮ ਗੁਰੂ ਸਾਹਿਬ ਉੱਠੇ, ਬਿਨਾਂ ਜੋੜਾ ਪਾਏ ਬਾਗ ਵੱਲ ਨੂੰ ਨੱਠੇ। ਸਾਰੀ ਸੰਗਤ ਉਹਨਾਂ ਦੇ ਪਿੱਛੇ ਨੱਠ ਰਹੀ ਹੈ ਤੇ ਗੁਰੂ ਸਾਹਿਬ ਕਹਿ ਰਹੇ ਮੇਰੇ ਲਾਲੋ, ਮੇਰੇ ਲਾਲੋ, ਏਦਾਂ ਕਰਦੇ ਹੋਏ ਗੁਰੂ ਸਾਹਿਬ ਬਾਗ ਵੱਲ ਨੂੰ ਨੱਠ ਰਹੇ ਨੇ। ਤੇ ਬਾਗ ਵਿੱਚ ਪਹੁੰਚ ਕੇ ਉਹ ਦੋਨੋਂ ਸਿੱਖ ਸੋਇਨਾ ਤੇ ਮੋਇਨਾ ਜੋ ਬੇਹੋਸ਼ ਪਏ ਸੀ ਹਨਾ, ਉਹਨਾਂ ਦੇ ਦੋਨਾਂ ਦੇ ਸਿਰ ਚੱਕ ਕੇ ਗੁਰੂ ਸਾਹਿਬ ਨੇ ਆਪਣੀ ਗੋਦੀ ਵਿੱਚ ਰੱਖੇ। ਹੁਣ ਆਪਾਂ ਇੱਥੇ ਸੋਚੀਏ ਕਿ ਕਿੰਨਾ ਵਧੀਆ ਦ੍ਰਿਸ਼ ਬਣਿਆ ਹੋਏਗਾ ਹਨਾ। ਇੱਕ ਸਿੱਖ ਦੇ ਕਹੇ ਤੇ ਜਿਹੜੇ ਦਰਸ਼ਨ ਬੰਦ ਹੋ ਗਏ ਸੀ, ਅੱਜ ਉਹ ਦਰਸ਼ਨਾਂ ਦਾ ਮਾਲਕ
खुद चल के अपने दर्शन देण आया सी इन्हां दोनों सिखां है ना। ते हुण जदों दर्शनां दा मालक खुद आया होया है, बट ये दोनों की सुध जिहड़ी है ਉਹ सुरत जिहड़ी है ਉਹ उस टाइम बेहोश ने, उन्होंने कुछ समझ नहीं सी भी की हो रहा है। ਤੇ ਗੁਰੂ ਸਾਹਿਬ ਨੇ ਉਠਾਇਆ, ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਬਟ ਉਹ ਬੇਹੋਸ਼ ਸੀਗੇ। ਗੁਰੂ ਸਾਹਿਬ ਨੇ ਕਿਹਾ ਮੇਰੇ ਬੱਚਿਓ ਦਰਸ਼ਨ ਨਹੀਂ ਜੇ ਦੇਣ ਲੱਗਾ ਵਿੱਚੋਂ, ਨਹੀਂ ਜਿਹੜਾ ਹੈ ਉਹ ਖਤਮ ਹੋ ਗਿਆ। ਗੁਰੂ ਸਾਹਿਬ ਨੇ ਇਹ ਕਹਿ ਕੇ ਉਹਨਾਂ ਨੂੰ ਥੋੜਾ ਹੋਸ਼ ਦੇਣ ਲਈ ਆਪਣਾ ਜਿਹੜਾ ਆਤਮਿਕ ਬਲ ਸੀ ਉਹ ਪ੍ਰਦਾਨ ਕੀਤਾ। ਦੋਨਾਂ ਦੀ ਅੱਖਾਂ ਖੁੱਲੀਆਂ, ਦੋਨੇ ਬੈਠੇ ਹੱਥ ਜੋੜ ਕੇ, ਅੱਖਾਂ 'ਚੋਂ ਨੀਰ ਵਹਿੰਦੇ ਪਏ ਸੀ। ਤੇ ਉਸ ਟਾਈਮ ਮਾਤਾ ਜੀਤੋ ਜੀ ਨੇ ਇਹਨਾਂ ਦੋਨਾਂ ਨੂੰ ਕਿਹਾ ਬੱਚਿਓ ਯਾਤਰਾ ਸਫਲ ਹੋ ਗਈ ਹੈ। ਹੁਣ ਇਹ ਕਹਿ ਕੇ ਦੋਨੋਂ ਜਣੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੈਠੇ ਤੇ ਉਹਨਾਂ ਨੇ ਕੀਰਤਨ ਕੀਤਾ, ਜੋ ਤੇਰੀ ਸਰਣਾਈ ਹਰ ਜੀਓ ਤਿਨ ਤੂ ਰੱਖਣ ਜੋਗ, ਤੁਧ ਜੇ ਵੜ ਮੈਂ ਅਵਰ ਨਾ ਸੂਝੇ, ਨਾ ਕੋ ਹੋਆ ਨਾ ਹੋ। ਸੰਗਤ ਜੀ ਹੁਣ ਆਪਾਂ ਸੋਚੀਏ ਕਿ ਸਾਡੀ ਵੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ। ਕਿ ਸਾਡਾ ਸਿਦਕ ਵੀ ਸੋਇਨਾ ਤੇ ਮੋਇਨਾ ਵਾਂਗ ਬਣਦਾ ਹੈ? ਕਿ ਅਸੀਂ ਡਰ ਜਾਂਦੇ ਹਾਂ, ਜਾਂ ਫਿਰ ਅਸੀਂ ਪੂਰਾ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਿਆ ਹੋਇਆ ਹੈ ਕਿ ਜਿਸਨੇ ਇਹ ਮੁਸੀਬਤ ਦਿੱਤੀ ਹੈ ਉਹੀ ਇਸ ਮੁਸੀਬਤ ਦਾ ਹੱਲ ਵੀ ਸਾਨੂੰ ਦੇਵੇਗਾ। ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਗੁਰੂ ਸਾਹਿਬ ਦੀ ਹੀ ਟੇਕ ਰੱਖੀਏ। ਆਪ ਛੱਡ ਸਦਾ ਰਹਿ ਪੜਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।